ਮਨਦੀਪ ਸਿੰਘ, ਅਵਤਾਰ ਸਿੰਘ ਮੰਜ਼ਲ, ਕਲੋਵਿਸ ਗੁਰਸਾਹਿਬ ਸਿੰਘ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 272 5200। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਇੱਕ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਜਿਹੜਾ ਮਹਿਮੂਦ ਖਲੀਲ ਆ, ਉਸ ਨੂੰ ਆਈਸ ਵਾਲਿਆਂ ਨੇ ਯੂਨੀਵਰਸਿਟੀ ਦੇ ਵਿੱਚੋਂ ਚੱਕ ਲਿਆ ਸੀ। ਤੇ ਜਦੋਂ ਉਹਨਾਂ ਦੇ ਵਕੀਲ ਨੇ ਆਈਸ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਭਾਈ ਤੁਸੀਂ ਸਟੂਡੈਂਟ ਨੂੰ ਕਿਉਂ ਚੱਕਿਆ? ਕਹਿੰਦੇ ਜੀ ਸਟੂਡੈਂਟ ਵੀਜ਼ਾ ਰਿਵੋਕ ਕਰ ਦਿੱਤਾ ਗਿਆ ਹੈ। ਉਹ ਕਹਿੰਦੇ ਵੀ ਨਹੀਂ, ਉਹ ਤਾਂ ਗ੍ਰੀਨ ਕਾਰਡ ਹੋਲਡਰ ਆ, ਉਹਦੀ ਵਾਈਫ ਸਿਟੀਜ਼ਨ ਆ। ਤੇ ਉਹ ਕਹਿੰਦੇ ਜੀ ਗ੍ਰੀਨ ਕਾਰਡ ਵੀ ਰਿਵੋਕ ਕਰ ਦਿੱਤਾ ਹੈ। ਸੋ ਉਹਨੂੰ ਦੇਖਦੇ ਹੋਏ ਆਨਲਾਈਨ ਪਟੀਸ਼ਨ ਵੀ ਜਾਰੀ ਕੀਤੀ ਗਈ ਸੀ, ਜੋ ਕਿ ਹੁਣ ਤੱਕ ਲਗਭਗ 1.9 ਮਿਲੀਅਨ ਲੋਕਾਂ ਨੇ ਸਾਈਨ ਕਰ ਦਿੱਤੀ ਆ। ਸੋ ਉਹ ਕੇਸ ਜਿਹੜਾ ਆ ਉਹ ਜੱਜ ਦੇ ਕੋਲ ਗਿਆ ਹੈ। ਸੋ ਹੁਣ ਜੱਜ ਨੇ ਕਿਹਾ ਵੀ ਉਸ ਨੂੰ ਖਲੀਲ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਹੈਗਾ, ਵੀ ਫਰੀਡਮ ਆਫ ਸਪੀਚ ਦਾ ਹੱਕ ਹੈਗਾ ਹੈ। ਦੂਸਰੇ ਪਾਸੇ ਟੌਮ ਹੋਮਨ ਨੂੰ ਅੱਜ ਸਪੈਸ਼ਲ ਜਦੋਂ ਇਸ ਸਬੰਧ ਦੇ ਵਿੱਚ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਹਰ ਇੱਕ ਨੂੰ ਡਿਪੋਰਟ ਕਰਾਂਗੇ, ਚਾਹੇ ਉਹ ਲੀਗਲ ਵੀ ਹੋਵੇ। ਸੋ ਪੂਰੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਕ੍ਰਾਈਮ ਕਰੂਗਾ, ਹੁਣ ਦੇਖੋ ਪ੍ਰੋਟੈਸਟ ਕਰਨਾ ਵੀ ਕ੍ਰਾਈਮ ਆ, ਤਾਂ ਉਸ ਨੂੰ ਡਿਪੋਰਟ ਕੀਤਾ ਜਾਊਗਾ। ਜੀ, ਟੌਮ ਹਿਊਮਨ ਹੁਣਾਂ ਨੇ ਕਿਹਾ ਵੀ ਯੂਐਸ ਕੈਨ ਐਬਸੋਲੂਟਲੀ ਜਿਹੜੇ ਕਿਕ ਆਊਟ ਡਿਪੋਰਟ ਲੀਗਲ ਇਮੀਗ੍ਰੈਂਟਸ। ਇਹ ਉਹਨਾਂ ਨੇ ਜਿਹੜਾ ਉਹ ਦੱਸਿਆ ਫੌਕਸ ਬਿਜ਼ਨਸ ਦੇ ਨਾਲ। ਇਹ ਜਿਹੜੀ ਗੱਲਬਾਤ ਕਰ ਰਹੇ ਸੀ ਕੋਲੰਬੀਆ ਯੂਨੀਵਰਸਿਟੀ ਵਾਲੇ ਪ੍ਰੋ ਪੈਲੇਸਟੀਨ ਪ੍ਰੋਟੈਸਟਰਸ ਦੇ ਵਿੱਚੋਂ ਇੱਕ ਸੀ। ਜਦੋਂ ਐਨਕੈਂਪਮੈਂਟ ਚੱਕੀ ਸੀਗੀ ਤੇ ਇਹ ਮੇਨ ਬੰਦਾ ਸੀਗਾ ਜਿਹੜਾ ਨੈਗੋਸ਼ੀਏਟ ਕਰ ਰਿਹਾ ਸੀ ਉਸ ਟਾਈਮ ਕੋਲੰਬੀਆ ਯੂਨੀਵਰਸਿਟੀ ਦੇ ਜਿਹੜਾ ਉਹ ਨਾਲ। ਉਹਨਾਂ ਨੇ ਕਿਹਾ ਵੀ ਕੀ ਉਸਨੇ ਆਪਣੇ ਵੀਜ਼ੇ ਦੀਆਂ ਟਰਮਸ ਨੂੰ ਵਾਇਲੇਟ ਕੀਤਾ ਹੈ, ਰੈਜ਼ੀਡੈਂਸੀ ਨੂੰ ਵਾਇਲੇਟ ਕੀਤਾ ਹੈ, ਕ੍ਰਾਈਮ ਕਮਿਟ ਕੀਤੇ ਆ, ਇਜ਼ਰਾਈਲੀ ਸਟੂਡੈਂਟਸ ਨੂੰ ਅਟੈਕ ਕੀਤਾ ਆ, ਲੋਕਡਾਊਨ ਕੀਤਾ, ਇਹਨਾਂ ਨੇ ਬਿਲਡਿੰਗ ਪ੍ਰਾਪਰਟੀ ਡਿਸਟਰੋਏ ਕੀਤੀ ਆ। ਤੇ ਕਹਿੰਦੇ ਐਬਸੋਲੂਟਲੀ ਐਨੀ ਰੈਜ਼ੀਡੈਂਟ ਏਲੀਅਨ ਹੂ ਕਮਿਟਸ ਏ ਕ੍ਰਾਈਮ ਇਜ਼ ਐਲੀਜੀਬਲ ਫਾਰ ਡੈਪੋਟੇਸ਼ਨ। ਕਹਿੰਦੇ ਵੀ ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਚਾਹੇ ਤੁਸੀਂ ਵਰਕ ਵੀਜ਼ੇ ਤੇ ਹੋ, ਚਾਹੇ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ, ਚਾਹੇ ਕੋਈ ਵੀ ਹੋ, ਐਨੀ ਨਾਨ ਸਿਟੀਜ਼ਨ ਬੇਸਿਕਲੀ ਉਹਨਾਂ ਨੇ ਕਿਹਾ ਵੀ ਉਸ ਨੂੰ ਡਿਪੋਰਟ ਕੀਤਾ ਜਿਹੜਾ ਹੋ ਜਾ ਸਕਦਾ ਆ। ਇਸ ਦੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਆਖਿਆ ਸੀਗਾ ਵੀ ਇਹ ਅਜੇ ਸ਼ੁਰੂਆਤ ਆ, ਇਹ ਵਨ ਆਫ ਮੈਨੀ ਆ, ਵੀ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ, ਉਹਨੂੰ ਫੜਿਆ ਜਿਹੜਾ ਉਹ ਜਾ ਸਕਦਾ। ਕਹਿੰਦੇ ਵੀ ਇਹ ਕਮੈਂਟ ਹੁਣ ਉਦੋਂ ਆਇਆ ਆ ਜਦੋਂ ਮਾਰਕੋ ਰੂਬੀਓ ਹੁਣਾਂ ਨੇ ਵੀ ਅਨਾਉਂਸ ਕਰ ਦਿੱਤਾ ਲੀਗਲ ਰੈਜ਼ੀਡੈਂਟਸ ਜਿਨ੍ਹਾਂ ਨੇ ਗ੍ਰੀਨ ਕਾਰਡ ਮਿਲੇ ਆ ਜਾਂ ਜਿਨ੍ਹਾਂ ਨੂੰ ਵੀਜ਼ਾ ਮਿਲੇ ਆ, ਜੇ ਆਈਸ ਵਾਲੇ ਚਾਹੁਣ ਜਾਂ ਸਟੇਟ ਡਿਪਾਰਟਮੈਂਟ ਚਾਹੁੰਦੀ ਆ ਤਾਂ ਉਹਨਾਂ ਦੇ ਉਹ ਸਾਰੇ ਰਿਵੋਕ ਕੀਤੇ ਜਾ ਸਕਦੇ ਆ ਜੇ ਇਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਨਹੀਂ ਚੱਲਦੇ ਹੈਗੇ। ਸੋ ਅਮਰੀਕਾ ਦੇ ਵਿੱਚ ਜਿਹੜੀ ਫਰੀਡਮ ਆਫ ਪ੍ਰੋਟੈਸਟ ਕਰਨ ਵਾਲੀ ਜਿਹੜੀ ਗੱਲ ਆ, ਇਸ ਦੇ ਨਾਲ ਕਿਤੇ ਨਾ ਕਿਤੇ ਖਤਰੇ ਵਿੱਚ ਪੈ ਸਕਦੀ ਆ, ਬਸ਼ਰਤੇ ਜੇ ਕੋਈ ਜਿਹੜਾ ਵਿਦਆਊਟ ਐਨੀ ਵਾਇਲੈਂਸ ਕੋਈ ਪ੍ਰੋਟੈਸਟ ਕਰ ਰਿਹਾ ਉਹਦੇ ਤੇ ਵੀ ਜੇ ਇਸ ਤਰੀਕੇ ਦੇ ਨਾਲ ਕਰਦੇ ਆ ਤਾਂ ਇਹ ਬੜੀ ਜਿਹੜੀ ਮਾੜੀ ਗੱਲ ਆ। ਇਸ ਅਰੈਸਟ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਬੈਕਲੈਸ਼ ਹੋਈ ਸੀਗੀ ਤੇ ਹੁਣ ਇਹ ਜਿਹੜਾ ਹਰਜੋਤ ਸਿੰਘ ਜੀ, ਇਹ 2 ਜਾਣਿਆਂ ਦੇ ਵੱਡੇ ਜਾਣਿਆਂ ਦੇ ਬਿਆਨ ਆ ਚੁੱਕੇ ਆ, ਜਿਸ ਚ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਵੀ ਕਨਫਰਮ ਕਰ ਦਿੱਤਾ, ਕਹਿ ਦਿੱਤਾ ਵੀ ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਚਾਹੇ ਤੁਹਾਡੇ ਕੋਲ ਲੀਗਲ ਵੀਜ਼ਾ ਆ, ਚਾਹੇ ਇਲੀਗਲ ਦੇ ਪਿੱਛੇ ਤਾਂ ਚਲੋ ਉਹ ਹੈਗੇ ਹੀ ਹੈਗੇ ਆ, ਤੁਹਾਡੇ ਸਾਰਾ ਕੁਝ ਰਿਵੋਕ ਕਰਕੇ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਆ। ਤੇ ਬਾਰਡਰਜ਼ਾਰ ਜਿਹੜੇ ਨੇ ਟੌਮ ਹੋਮਨ, ਉਹਨਾਂ ਨੇ ਵੀ ਇਸ ਚੀਜ਼ ਨੂੰ ਦੁਹਰਾ ਦਿੱਤਾ ਹੈਗਾ ਆ। ਸੋ ਜਿਹੜੇ ਲੋਕ ਇਹਨਾਂ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਆ, ਹੋ ਸਕਦਾ ਵੀ ਉਹਨਾਂ ਦੀ ਹੁਣ ਸ਼ਾਮਤ ਜਿਹੜੀ ਉਹ ਇਸ ਤਰੀਕੇ ਦੇ ਨਾਲ ਆਵੇ, ਉਹਨਾਂ ਦੇ ਮਗਰ ਇਹ ਜਾ ਸਕਦੇ ਨੇ। ਦੂਜੇ ਪਾਸੇ ਯੂਐਸ ਤੇ ਇਜ਼ਰਾਈਲ ਦੇ ਵਿੱਚ ਜਿਹੜੇ ਹਮਾਸ ਦੇ ਵਿੱਚ ਗੱਲਬਾਤ ਚੱਲ ਰਹੀ ਆ ਯੂਐਸ ਦੀ, ਉਹਨੂੰ ਲੈ ਕੇ ਇਜ਼ਰਾਈਲ ਵਾਲੇ ਹੁਣ ਕਾਫੀ ਔਖੇ ਹੋਏ ਹੈਗੇ ਆ। ਉਹ ਕਹਿੰਦੇ ਵੀ ਬਿਹਾਈਂਡ ਦਾ ਸੀਨ ਜੋ ਟਰੰਪ ਐਡਮਿਨਿਸਟ੍ਰੇਸ਼ਨ ਗੱਲਬਾਤ ਕਰ ਰਿਹਾ ਹਮਾਸ ਦੇ ਨਾਲ, ਉਹ ਸਹੀ ਨਹੀਂ ਹੈਗੇ। ਪ੍ਰੈਸ ਸੈਕਟਰੀ ਕੈਰੋਲਿਨ ਲੋਇਟ ਨੇ ਦੱਸਿਆ ਸੀ ਵੀ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਜੋ ਇੱਕ ਹੋਸਟੇਸ ਸੀਗੇ ਐਡਮ ਬੋਇਲਰ, ਜੋ ਗੱਲਬਾਤ ਹਮਾਸ ਦੇ ਨਾਲ ਕਰ ਰਹੇ ਹੈਗੇ ਆ। ਸੋ ਇਹਦੇ ਨਾਲ ਇਜ਼ਰਾਈਲ ਦੀ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਾਫੀ ਜ਼ਿਆਦਾ ਔਖਾ ਹੋਇਆ ਸੀ ਵੀ ਅਮਰੀਕਾ ਵਾਲੇ ਸਾਡੇ ਪੁੱਛੇ ਤੋਂ ਬਿਨਾਂ ਜਿਹੜੀ ਹਮਾਸ ਵਾਲਿਆਂ ਨਾਲ ਕਿਸ ਤਰ੍ਹਾਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਰੂਬੀਓ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਨੈਗੋਸ਼ੀਏਸ਼ਨ ਆ ਉਹ ਗਾਜ਼ਾ ਦੇ ਵਿੱਚ
ਜਿਹੜੇ ਹੋਸਟੇਜਸ ਆ ਜੋ ਸੀਜ਼ ਫਾਇਰ ਹੋਈ ਸੀ ਉਹਦੇ ਤਹਿਤ ਦੋਨਾਂ ਪਾਰਟੀਆਂ ਦੇ ਲੋਕਾਂ ਨੂੰ ਛਡਾਉਣ ਦੀ ਹੈਗੀ ਆ ਤੇ ਇਹ ਲੜਾਈ ਖਤਮ ਕਰਨ ਦੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਖਬਰ ਆ ਰਹੀ ਆ ਕੈਲੀਫੋਰਨੀਆ ਦੇ ਵਿੱਚੋਂ LA ਕਾਉਂਟੀ ਚੋਂ, ਜਿੱਥੇ LA ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜਿਹੜੇ ਹੌਚਮੈਨ ਆ, ਉਹਨਾਂ ਨੇ ਕਿਹਾ ਵੀ ਜਿਹੜੇ ਮਨੈਂਡਸ ਬ੍ਰਦਰਸ ਆ ਉਹਨਾਂ ਦੀ ਰੀਸੈਂਟੈਂਸਿੰਗ ਦੇ ਲਈ ਉਹ ਸਪੋਰਟ ਨਹੀਂ ਕਰਦੇ। ਇਹਨਾਂ ਭਰਾਵਾਂ ਦੇ ਉੱਤੇ ਇਹ ਦੋਸ਼ ਜਿਹੜੇ ਸਾਬਤ ਹੋਏ ਸੀ ਵੀ ਉਹਨਾਂ ਨੇ ਆਪਣੇ ਮਾਪਿਆਂ ਨੂੰ ਬੈਵਰਲੀ ਹਿਲ ਘਰ ਦੇ ਵਿੱਚ ਮਾਰਿਆ ਸੀ 1999 ਦੇ ਵਿੱਚ, ਉਦੋਂ ਤੋਂ ਇਹ ਸਜ਼ਾ ਭੁਗਤ ਰਹੇ ਆ। ਜਿਹੜੇ ਡਿਸਟ੍ਰਿਕਟ ਅਟਾਰਨੀ ਨੇਥਨ ਹੌਚਮੈਨ, ਉਹਨਾਂ ਨੇ ਕਿਹਾ ਵੀ ਜੇ ਰੀਸੈਂਟੈਂਸਿੰਗ ਇਹਨਾਂ ਦੀ ਕੀਤੀ ਜਾਂਦੀ ਆ, ਇਹਦਾ ਮਤਲਬ ਵੀ ਇਹ ਦੋਨੋਂ ਭਰਾ ਪੈਰੋਲ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਜਾਣਗੇ ਤੇ ਕਹਿੰਦੇ ਵੀ ਉਹ ਇੱਕ ਇਹਨਾਂ ਦੇ ਲਈ ਰਾਹ ਬਣ ਜਾਊਗਾ ਇਵੈਂਚੁਅਲੀ ਫ੍ਰੀ ਵਾਕ ਕਰਨ ਦੇ ਲਈ ਜਾਂ ਜਿਹੜੀ ਜੇਲ੍ਹ ਚੋਂ ਬਾਹਰ ਆਉਣ ਦੇ ਲਈ। ਬੀਤੇ ਦਿਨਾਂ ਦੇ ਵਿੱਚ ਵੀ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਕਿਹਾ ਸੀਗਾ ਵੀ ਉਹ ਵੇਟ ਕਰ ਰਹੇ ਆ ਡਿਸਟ੍ਰਿਕਟ ਅਟਾਰਨੀ ਨੇਥਨ ਹੌਚਮੈਨ ਦੀ, ਵੀ ਉਹ ਇਸ ਬਾਬਤ ਕੀ ਸਲਾਹ ਲੈਂਦੇ ਨੇ ਜਾਂ ਕਿਹੜਾ ਰੁਖ ਅਖਤਿਆਰ ਕਰਦੇ ਨੇ। ਕਹਿੰਦੇ ਵੀ ਬਾਰ-ਬਾਰ ਇਹਨਾਂ ਮਨੈਂਡਸ ਭਰਾਵਾਂ ਨੇ ਝੂਠ ਜਿਹੜਾ ਉਹ ਬੋਲਿਆ ਆ ਆਪਣੇ ਮਾਪਿਆਂ ਨੂੰ ਜਿਹੜਾ ਉਹ ਮਾਰਨ ਨੂੰ ਲੈ ਕੇ, ਇਸ ਲਈ ਉਹ ਰੀਸੈਂਟੈਂਸਿੰਗ ਦੇ ਇਹਨਾਂ ਦੇ ਹੱਕ 'ਚ ਨਹੀਂ ਆ। ਲਾਇਲ ਤੇ ਐਰਿਕ ਮਨੈਂਡਸ 1996 ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਆਪਣੇ ਮਾਪਿਆਂ ਦੇ ਮਰਡਰ ਦੇ ਵਿੱਚ। ਯੂਐਸ ਨੇ ਕਹਿੰਦੇ ਵੀ ਜੋ ਇੰਟੈਲੀਜੈਂਸ ਸ਼ੇਅਰਿੰਗ ਯੂਕਰੇਨ ਦੇ ਨਾਲ ਆ ਉਹ ਕਰਨੀ ਬੰਦ ਕਰ ਦਿੱਤੀ ਹੈਗੀ ਆ। ਸੋ ਇਹਦੇ ਨਾਲ CIA ਦੇ ਡਾਇਰੈਕਟਰ ਨੇ ਦੱਸਿਆ ਆ ਵੀ ਜੋ ਲੌਂਗ ਰੇਂਜ ਮਿਸਲਸ ਯੂਜ਼ ਕੀਤੀਆਂ ਜਾ ਰਹੀਆਂ ਸੀਗੀਆਂ ਜੋ ਕਿ ਇਨਸਾਈਡ ਰਸ਼ੀਆ ਜਾਂਦੀਆਂ ਸੀ ਯੂਕਰੇਨ ਦੇ ਰਾਹੀਂ, ਹੁਣ ਉਹਨਾਂ ਦੇ ਕੋਲ ਇੰਟੈਲੀਜੈਂਸ ਨਹੀਂ ਤੇ ਉਹ ਯੂਜ਼ ਨਹੀਂ ਕਰ ਸਕਣਗੇ। ਸੋ ਉਹਨਾਂ ਨੂੰ ਪਤਾ ਨਹੀਂ ਚੱਲੂਗਾ ਵੀ ਕਿੱਥੇ ਉਹ ਸਿੱਖਣੀ ਹੈਗੀ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਹੁਣ ਯੂਕਰੇਨ ਦੇ ਲਈ ਬਣ ਗਿਆ ਹੈਗਾ। ਸਵੇਰੇ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਸਾਊਦੀ ਅਰੇਬੀਆ ਦੇ ਵਿੱਚ ਪਹੁੰਚੇ ਹੋਏ ਆ ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਪੀਸ ਟਾਕ ਆ ਉਹ ਚੱਲ ਸਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਵੀ ਸਾਰੇ ਹੀ ਜਿਹੜੇ ਹਥਿਆਰ ਆ ਯੂਕਰੇਨ ਨੂੰ ਜਾ ਰਹੇ ਆ ਉਹਨਾਂ ਨੂੰ ਫਰੀਜ਼ ਕਰ ਦਿੱਤਾ ਜਾਵੇ, ਉਹਨਾਂ ਦੀਆਂ ਡਿਲੀਵਰੀਆਂ ਜੋ ਆ ਫਰੀਜ਼ ਕਰ ਦਿੱਤੀਆਂ ਜਾਣ ਤਾਂ ਕਿ ਯੂਕਰੇਨ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਪੀਸ ਨੈਗੋਸ਼ੀਏਸ਼ਨ ਵਿਦ ਰਸ਼ੀਆ ਸ਼ੁਰੂ ਕਰ ਸਕੇ। CIA ਦੇ ਡਾਇਰੈਕਟਰ ਜੌਨ ਰੈਟਕਲਿਫ ਨੇ ਕਨਫਰਮ ਕੀਤਾ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ, ਕਹਿੰਦੇ ਵੀ ਓਵਲ ਆਫਿਸ ਦੇ ਵਿੱਚ ਮੀਟਿੰਗ ਹੋਈ ਸੀ, ਉਸ ਟਾਈਮ ਦੇ ਉੱਤੇ ਜਿਹੜਾ ਡਿਸਾਈਡ ਕੀਤਾ ਗਿਆ ਆ ਵੀ ਅਸੀਂ ਯੂਕਰੇਨ ਨੂੰ ਇੰਟੈਲੀਜੈਂਸ ਆਪਣੀ ਸ਼ੇਅਰ ਕਰਨੀ ਬੰਦ ਕਰਨ ਜਾ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਵੀ ਸਦਰਨ ਕੈਲੀਫੋਰਨੀਆ 'ਚ ਓਵਰਆਲ ਕੈਲੀਫੋਰਨੀਆ ਦੇ ਵਿੱਚ 2 ਵੱਡੇ ਜਿਹੜੇ ਸਟਾਰਮ ਆ ਉਹ ਇਸ ਹਫਤੇ 'ਚ ਆਉਣ ਜਾ ਰਹੇ ਆ। ਪਹਿਲਾ ਸਿਸਟਮ ਕਹਿੰਦੇ ਵੀ ਅੱਜ ਓਵਰਨਾਈਟ ਜਿਹੜਾ ਉਹ ਆਊਗਾ, ਇਹ ਮੈਟਰੋਪੋਲੀਟਨ LA ਸਾਈਡ ਦੇ ਵਿੱਚ ਅੱਧੇ ਇੰਚ ਤੱਕ ਮੀਂਹ ਲਿਆ ਸਕਦਾ ਆ। ਉਧਰ ਨਾਲ ਦੇ ਨਾਲ ਇੱਕ ਹੋਰ ਜਿਹੜਾ ਸਨੋ ਸਟਾਰਮ ਬੁੱਧਵਾਰ ਵੀਰਵਾਰ ਨੂੰ ਆਉਣਾ ਆ। ਸਿਆਰਾਸ ਦੇ ਵਿੱਚ ਕਹਿੰਦੇ ਬਹੁਤ ਭਾਰੀ ਬਰਫ਼ਬਾਰੀ ਹੋਣ ਜਾ ਰਹੀ ਹੈ। ਨੈਸ਼ਨਲ ਵੈਦਰ ਸਰਵਿਸ ਜਿਹੜੇ ਵੀ ਕੈਲੀਫੋਰਨੀਆ ਦੇ ਵਿੱਚ ਆ, ਉਹਨਾਂ ਸਾਰਿਆਂ ਨੇ ਇਸ ਨੂੰ ਲੈ ਕੇ ਐਡਵਾਈਜ਼ਰੀਜ਼ ਜਾਰੀ ਕੀਤੀਆਂ ਹੈ। ਕਹਿੰਦੇ ਵੀ ਸਨੋ ਸਟਾਰਮ ਇੰਨਾ ਤਗੜਾ ਆ ਵੀ ਜਿਹੜਾ ਟਰੈਵਲ ਆ ਉਹ ਤਕਰੀਬਨ ਨੀਅਰ ਇੰਪੋਸੀਬਲ ਬਣ ਜਾਵੇਗਾ। 2 ਤੋਂ 3 ਫੁੱਟ ਤੱਕ ਜਿਹੜੀ ਸਨੋ ਆ ਉਹ ਲੇਕ ਟਾਹੋ ਇਲਾਕੇ 'ਚ, ਮੋਨੋ, ਲੈਸਨ, ਪਲੂਮਸ ਤੇ ਸਿਆਰਾ ਕਾਉਂਟੀਜ਼ ਦੇ ਕਈ ਇਲਾਕਿਆਂ 'ਚ ਪੈ ਸਕਦੀ ਹੈਗੀ ਆ। ਸੋ ਨੀਅਰ ਵਾਈਟ ਆਊਟ ਕੰਡੀਸ਼ਨਸ ਹੋਣਗੀਆਂ। ਆਉਂਦੇ ਦਿਨਾਂ ਦੇ ਵਿੱਚ ਬਹੁਤ ਤੇਜ਼ ਹਵਾਵਾਂ ਦੇ ਨਾਲ ਭਾਰੀ ਬਰਫ਼ਬਾਰੀ ਦੇ ਕਰਕੇ ਇਹ ਜਿਹੜੀ ਸਥਿਤੀ ਆ ਉਹ ਆਉਣ ਜਾ ਰਹੀ ਆ। ਕਈ ਥਾਵਾਂ ਦੇ ਉੱਤੇ 70 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਆਉਣਗੀਆਂ। ਸੋ ਇਸ ਸੀਜ਼ਨ ਦੀ ਸਭ ਤੋਂ ਹੈਵੀਐਸਟ ਜਿਹੜੀ ਸਨੋਫਾਲ ਆ ਉਹ ਪੈਣ ਦੀ ਕਿਆਸਰਾਈ ਇਸ ਆਉਂਦੇ ਜਿਹੜੇ ਸਟਾਰਮਸ ਦੇ ਵਿੱਚ ਹੋਵੇਗੀ। ਸੋ ਜਿਹੜੇ ਵੀ ਲੋਕ ਇਸ ਵੀਕ 'ਚ ਟਰੈਵਲ ਕਰਨ ਬਾਰੇ ਸੋਚ ਰਹੇ ਆ ਜਾਂ ਜਿਨ੍ਹਾਂ ਨੇ ਉਸ ਇਲਾਕੇ ਦੇ ਵਿੱਚ ਜਾਣਾ ਆ, ਉਹ ਜਿਹੜਾ ਦੇਖ ਕੇ ਮੌਸਮ ਨੂੰ ਦੇਖ ਕੇ ਜਿਹੜਾ ਉਹ ਕਰਨ। ਅੱਜ ਹੁਣ ਤੁਸੀਂ ਦੇਖੋ ਵੀ ਕਈ ਥਾਵਾਂ ਤੇ 70 ਤੋਂ ਉੱਤੇ ਟੈਂਪਰੇਚਰ ਆ। ਆਉਂਦੇ ਦਿਨਾਂ ਦੇ ਵਿੱਚ 50s ਦੇ ਵਿੱਚ ਜਿਹੜਾ ਟੈਂਪਰੇਚਰ ਹੋਣਾ ਆ। ਬਾਕੀ ਇਹ ਜਿਹੜਾ ਗਰਮ ਸਰਦ ਦੇ ਨਾਲ ਲੋਕ ਕਾਫੀ ਇਹਦੀ ਬਿਮਾਰ ਵੀ ਹੁੰਦੇ ਆ। ਫਲੂ ਵੀ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਜਿਹੜਾ ਆਪਣਾ ਸ਼ਿਕਾਰ ਬਣਾ ਰਿਹਾ ਆ। ਬਾਕੀ ਨੈਸ਼ਨਲ ਵੈਦਰ ਸਰਵਿਸ ਦੇ ਦੁਆਰਾ ਕੈਲੀਫੋਰਨੀਆ ਦੇ ਲਈ 2 ਜਿਹੜੇ ਸਟਾਰਮਸ ਆ ਉਹਨਾਂ ਦੀ ਵਾਰਨਿੰਗ ਜਾਰੀ ਕੀਤੀ ਗਈ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ
ਜੁਨਾਈਟ ਕਰ ਦਿੱਤਾ ਹੈਗਾ। ਕੈਨੇਡਾ ਦੀ ਜਿਹੜੀ ਲਿਬਰਲ ਪਾਰਟੀ ਹੈ, ਜਸਟਿਨ ਟਰੂਡੋ ਹੁਣੀ ਜਿਹਦੇ ਪ੍ਰਾਈਮ ਮਿਨਿਸਟਰ ਸੀਗੇ, ਉਹ ਲਗਭਗ 26% ਆਪਣੇ ਪੁਆਇੰਟ ਥੱਲੇ ਜਾ ਰਹੇ ਸੀਗੇ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਨਾਲੋਂ। ਪਰ ਜਦੋਂ ਤੁਸੀਂ ਟੈਰਿਫ ਦੀ ਗੱਲਬਾਤ ਹੋਈ ਆ ਤੇ ਉਹਨਾਂ ਦਾ ਜਿਹੜਾ ਲਗਭਗ 4 ਪੁਆਇੰਟ ਹੁਣ ਜੋ ਸਰਵੇ ਦੇ ਮੁਤਾਬਕ ਉਹ ਕੰਜ਼ਰਵੇਟਿਵ ਪਾਰਟੀ ਤੋਂ ਉੱਪਰ ਜਾ ਰਹੇ ਹੈਗੇ ਆ। ਦੂਸਰੇ ਪਾਸੇ ਕੈਨੇਡਾ ਦੇ ਜਿਹੜੇ ਨਵੇਂ ਚੁਣੇ ਗਏ ਪ੍ਰਾਈਮ ਮਿਨਿਸਟਰ ਕਾਰਨੀ ਹੈਗੇ ਆ, ਹੁਣ ਉਹਨਾਂ ਦੇ ਉੱਤੇ ਕੁਐਸਚਨ ਆ ਵੀ ਉਹ ਕਿਸ ਤਰ੍ਹਾਂ ਫਾਈਟ ਕਰਨਗੇ ਡੋਨਲਡ ਟਰੰਪ ਉਹਨਾਂ ਦੇ ਨਾਲ ਟ੍ਰੇਡ ਵਾਰ ਨੂੰ ਲੈ ਕੇ, ਪਲੱਸ ਉਹ ਆਪਣੀ ਪਾਰਟੀ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਜਿੱਤਣਗੇ। ਪਰ ਉਹਨਾਂ ਨੇ ਕਹਿੰਦੇ ਪਲੈਜ ਕੀਤਾ ਹੈ ਵੀ ਅਸੀਂ ਫਾਈਟ ਵੀ ਕਰਾਂਗੇ ਟ੍ਰੇਡ ਵਾਰ ਡੋਨਲਡ ਟਰੰਪ ਉਹਨਾਂ ਦੇ ਨਾਲ, ਤੇ ਆਪਾਂ ਇਲੈਕਸ਼ਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਾਂਗੇ। ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਇਹ ਕਹਿ ਦਿੱਤਾ ਆ ਵੀ ਜੇ ਕੈਨੇਡਾ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਹੈਗੀ ਆ ਚਾਹੀਦੀ ਆ ਤੇ ਉਹਦੇ ਲਈ ਅਸੀਂ ਤਿਆਰ ਹੈਗੇ ਆ। ਕਹਿੰਦੇ ਚਾਈਨਾ ਸੇਜ਼ ਇਟ ਵਿਲ ਗਰੋ ਰਿਲੇਸ਼ਨਸ ਵਿਦ ਕੈਨੇਡਾ ਔਨ ਬੇਸਿਸ ਆਫ ਮਿਊਚੁਅਲ ਰਿਸਪੈਕਟ, ਇੱਕ ਦੂਜੇ ਦੀ ਰਿਸਪੈਕਟ ਦੇ ਲਈ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਬਿਜ਼ਨਸ ਆ ਉਹ ਕੈਨੇਡਾ ਦੇ ਕਰਨ ਦੇ ਲਈ ਤਿਆਰ ਹੈਗੇ ਆ। ਕਾਰਨੀ 2 ਟਾਈਮ ਸੈਂਟਰਲ ਬੈਂਕਰ ਰਹੇ ਹੈਗੇ ਆ, ਤੇ ਕਹਿੰਦੇ ਵੀ ਇਸ ਵਾਰ ਜਦੋਂ ਹੁਣ ਉਹ ਆਪਣੀ ਪਾਰਟੀ ਦੇ ਲੀਡਰ ਬਣੇ ਆ 86% ਵੋਟਾਂ ਉਹਨਾਂ ਨੂੰ ਪਈਆਂ ਹੈਗੀਆਂ। ਸੋ ਜੇ ਦੂਸਰੇ ਪਾਸੇ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਕੈਨੇਡਾ ਦੇ ਜੋ ਟੋਰਾਂਟੋ ਵਾਲੀ ਸਾਈਡ ਆ, ਉੱਥੇ ਦੇ ਜਿਹੜੇ ਹੈੱਡ ਸੀਗੇ ਉਸ ਸਟੇਟ ਦੇ ਓਨਟਾਰੀਓ ਦੇ, ਉਹਨਾਂ ਨੇ ਆਲਰੇਡੀ ਜਿਹੜਾ ਟੈਰਿਫ ਆ ਉਹ એનર્ਜੀ ਦੇ ਉੱਤੇ ਲਾ ਦਿੱਤਾ ਹੈਗਾ ਆ, ਖਾਸ ਕਰਕੇ ਇਲੈਕਟ੍ਰਿਸਿਟੀ ਦੇ ਉੱਤੇ। ਤੇ ਉਸ ਨੂੰ ਦੇਖਦੇ ਹੋਏ ਹੁਣ ਅੱਜ US ਦੇ ਜਿਹੜੇ એનર્ਜੀ ਸੈਕਟਰੀ ਕ੍ਰਿਸ ਰਾਈਟ ਆ, ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਗੱਲਬਾਤ ਕਰ ਰਹੇ ਆ ਤੇ ਤਾਂ ਕਿ ਕੈਨੇਡਾ ਦੇ ਗੈਸ ਤੇ ਆਇਲ ਦੇ ਉੱਤੇ ਟੈਰਿਫ ਨਾ ਲਾਇਆ ਜਾਵੇ। ਸੋ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ April 2 ਨੂੰ ਮੈਕਸੀਕਨ ਤੇ ਕੈਨੇਡੀਅਨ ਇੰਪੋਰਟਸ ਦੇ ਉੱਤੇ ਟੈਕਸ ਲੱਗੂਗਾ, ਪਰ ਜਿਸ ਹਿਸਾਬ ਦੇ ਨਾਲ ਰਿਸਪੌਂਸ ਆਇਆ, ਜਿਸ ਹਿਸਾਬ ਦੇ ਨਾਲ ਸਟਾਕ ਮਾਰਕੀਟ ਹਿੱਲੀ ਹੈਗੀ ਆ, ਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੇਂਜਸ ਆਉਂਦੀਆਂ ਇਹਦੇ ਵਿੱਚ ਕਿ ਨਹੀਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਪਣੇ EMPLOYEES ਦੇ ਪੋਲੀਗ੍ਰਾਫ ਟੈਸਟ ਉਹ ਸ਼ੁਰੂ ਉਹਨਾਂ ਨੇ ਕਰ ਦਿੱਤੇ ਆ। ਡਿਪਾਰਟਮੈਂਟ ਆਫ ਹੋਮਲੈਂਡ ਦੀ ਜਿਹੜੀ ਸਕੱਤਰ ਕ੍ਰਿਸਟੀ ਨਿਯਮ ਤੇ ਬਾਰਡਰਸ ਆ ਟਾਮ ਹੋਮਨ, ਉਹਨਾਂ ਨੇ ਕਿਹਾ ਵੀ ਜਿਹੜੇ ਆਈਸ ਤੇ ਅਰੈਸਟ ਨੰਬਰ ਆ ਉਹ ਉਮੀਦ ਦੇ ਨਾਲੋਂ ਕਾਫੀ ਘੱਟ ਆ ਰਹੇ ਆ। ਕਹਿੰਦੇ ਵੀ ਉਹਦੇ ਵਿੱਚ ਮੁੱਖ ਕਾਰਨ ਇਹੀ ਆ ਵੀ ਜਿਹੜੇ ਪਲੈਨਡ ਆਪਰੇਸ਼ਨਸ ਆ ਉਹਨਾਂ ਬਾਰੇ ਜਾਣਕਾਰੀ ਲੀਕ ਹੋ ਰਹੀ ਆ, ਉਹ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਰਿਹਾ ਆ ਤੇ ਉੱਥੋਂ ਲੋਕਾਂ ਨੂੰ ਭੱਜਣ ਦੇ ਵਿੱਚ ਮਦਦ ਮਿਲ ਰਹੀ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਬਾਬਤ ਪੋਲੀਗ੍ਰਾਫ ਟੈਸਟ ਲੋਕਾਂ ਦੇ ਆਪਣੇ EMPLOYEES ਦੇ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਆ। ਇਸ ਬਾਰੇ ਜਿਹੜੀ ਸਭ ਤੋਂ ਪਹਿਲਾਂ ਜਾਣਕਾਰੀ ਜਿਹੜੀ ਬਲੂਮਬਰਗ ਨੇ ਇਹ ਜਿਹੜੀ ਉਹ ਦੱਸੀ ਸੀਗੀ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜੇ ਆਰਟੀਕਲ ਪਬਲਿਸ਼ ਹੋਣ ਵੇਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਟੇਟਮੈਂਟ 'ਚ ਕਿਹਾ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਏਜੰਸੀ ਆ, ਤੇ ਕਹਿੰਦੇ ਵੀ ਅਸੀਂ ਜਦੋਂ ਮਰਜ਼ੀ ਜਦੋਂ ਚਾਹੀਏ ਕਿਸੇ ਵੀ ਦਾ ਵੀ ਪੋਲੀਗ੍ਰਾਫ ਜਿਹੜਾ ਉਹ ਟੈਸਟ ਆ ਕਰ ਸਕਦੇ ਹੈਗੇ ਆ। ਸੋ ਬਾਰਡਰਸ ਆ ਟਾਮ ਹੋਮਨ ਤੇ ਕ੍ਰਿਸਟੀ ਨਿਯਮ ਜਿਹੜੇ ਹੋਮਲੈਂਡ ਦੇ ਸਕੱਤਰ ਨੇ, ਉਹਨਾਂ ਨੇ ਇਹ ਲੀਕਸ ਦੇ ਉੱਤੇ ਸਾਰਾ ਜਿਹੜਾ ਉਹ ਭਾਰ ਸਿੱਟਿਆ ਆ ਵੀ ਇਹਦੇ ਕਰਕੇ ਹੀ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਨਹੀਂ ਹੋ ਪਾ ਰਹੀਆਂ। ਇਹ ਵੀ ਉੱਦਾਂ ਵੈਸੇ ਜ਼ਿਕਰਯੋਗ ਗੱਲ ਆ ਵੀ ਜਿੱਥੇ ਆਈਸ ਨੇ ਰੇਡ ਮਾਰਨੀ ਹੁੰਦੀ ਆ, ਲੋਕ ਉੱਥੇ ਪਹਿਲਾਂ ਹੀ ਪਹੁੰਚੇ ਹੁੰਦੇ ਆ ਬੁੱਲ ਹੌਰਨਸ ਲੈ ਕੇ, ਤੇ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਲੋਕ ਪਹਿਲਾਂ ਹੀ ਜਿਹੜੇ ਉੱਥੇ ਪਹੁੰਚ ਜਾਂਦੇ ਆ। ਸੋ ਕਿਤੇ ਨਾ ਕਿਤੇ ਤਾਂ ਲੋਕਾਂ ਨੂੰ ਪਹਿਲਾਂ ਜਾਣਕਾਰੀ ਜਿਹੜੀ ਉਹ ਮਿਲ ਹੀ ਰਹੀ ਹੈਗੀ ਆ। ਸੋ ਪੋਲੀਗ੍ਰਾਫ ਕਹਿੰਦੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ। ਇਸ ਤੋਂ ਪਹਿਲਾਂ ਵੀ ਜਿਹੜੇ CBP ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਆ, ਜਦੋਂ ਨਵਿਆਂ ਨੂੰ ਹਾਇਰ ਕਰਦੇ ਆ ਸਕਰੀਨਿੰਗ ਮੌਕੇ ਵੀ ਉਹਨਾਂ ਦੇ ਜਿਹੜੇ ਪੋਲੀਗ੍ਰਾਫ ਟੈਸਟ ਲਏ ਜਾਂਦੇ ਆ। ਸੋ ਜਿਹਨੂੰ ਲਾਈ ਡਿਟੈਕਟਰ ਮਸ਼ੀਨ ਵੀ ਆਖ ਦਿੱਤਾ ਜਾਂਦਾ ਆ ਵੀ ਉਸ ਦੀ ਹੁਣ ਵਰਤੋਂ ਇਹ ਚੈੱਕ ਕਰਨ ਦੇ ਲਈ ਵੀ ਕਿੱਥੋਂ ਲੀਕ ਹੋ ਰਹੀ ਆ ਇਨਫੋਰਮੇਸ਼ਨ, ਉਹ ਸ਼ੁਰੂ ਕੀਤੀ ਗਈ ਆ। ਅੱਜ ਫੋਰਚੂਨ ਮੈਗਜ਼ੀਨ ਨੇ ਇੱਕ ਆਰਟੀਕਲ ਛਾਪਿਆ ਕੈਲੀਫੋਰਨੀਆ ਦੇ ਵਿੱਚ ਘਰਾਂ ਦੀਆਂ ਇੰਸ਼ੋਰੈਂਸਸ ਨੂੰ ਲੈ ਕੇ। ਕਹਿੰਦੇ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਬਦਤਰ ਹੁੰਦੀ ਜਾ ਰਹੀ ਆ। ਕਹਿੰਦੇ ਵੀ ਇਦਾਂ ਤਾਂ ਹੋ ਸਕਦਾ ਵੀ ਤੁਹਾਡੇ ਘਰਾਂ ਦੇ ਰੇਟ 10% ਜਾਂ 20% ਹਰ ਸਾਲ ਵੱਧ ਜਾਣ, ਪਰ ਤੁਸੀਂ ਸੋਚੋ ਜੇ ਤੁਹਾਡੇ ਘਰਾਂ ਦੀ ਇੰਸ਼ੋਰੈਂਸ 10 ਟਾਈਮ ਜਾਂ 20 ਟਾਈਮ ਵੱਧ ਜਾਏ, ਫਿਰ ਮੰਨ ਲਓ ਵੀ ਜੇ ਤੁਹਾਡੇ ਘਰ ਦੀ ਇੰਸ਼ੋਰੈਂਸ 2000 ਆ ਤੇ 10 ਟਾਈਮ ਵੱਧ ਜਾਏ $20,000 ਹੋ ਜਾਏ, ਫਿਰ ਤੁਹਾਡੀ ਜਿਹੜੀ ਸਿਚੁਏਸ਼ਨ ਕੀ ਹੋਊਗੀ। ਸੋ ਇਦਾਂ ਦੀ ਹੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਜਿਹੜੇ ਨਵੇਂ ਮੈਪ ਜਾਰੀ ਕੀਤੇ ਗਏ ਆ ਫਾਇਰ ਦੇ,
ਕੈਲੀਫੋਰਨੀਆ ਦੇ ਵਿੱਚ, ਉਹਨਾਂ 'ਚ ਬਹੁਤ ਸਾਰਾ ਏਰੀਆ ਵੱਖ-ਵੱਖ ਕਾਉਂਟੀਆਂ ਦਾ ਹੋਰ ਐਡ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਜੇ ਘਰ ਦੀ ਕਾਸਟ $1 ਮਿਲੀਅਨ ਹੈਗੀ ਆ ਰਾਈਟ ਨਾਓ, ਤੇ ਵਾਈਲਡ ਫਾਇਰ ਚਲੇ ਜਾਂਦੀ ਆ 400 ਸਾਲਾਂ ਦੇ ਵਿੱਚ ਪਹਿਲਾਂ ਇੱਕ ਚਾਂਸ ਹੁੰਦਾ ਸੀ, ਜੋ ਕਿ ਅੱਜ ਦੀ ਰੇਟ 'ਚ 50 ਸਾਲਾਂ 'ਚ ਇੱਕ ਚਾਂਸ ਬਣ ਗਿਆ ਆ। ਸੋ ਜੇ ਤੁਹਾਡਾ ਰੈਗੂਲਰ ਪ੍ਰੀਮੀਅਮ $2500 ਪਰ ਈਅਰ ਸੀ, ਉਹ ਕਹਿੰਦੇ ਵੀ ਮੈਪ ਚੇਂਜ ਹੋਣ ਦੇ ਨਾਲ ਜਿਸ ਹਿਸਾਬ ਨਾਲ ਅੱਗਾਂ ਲੱਗੀਆਂ, ਉਹ 2500 ਤੋਂ $20000 ਹੋਣਾ ਚਾਹੀਦਾ ਹੈਗਾ, ਤਾਂ ਜਾ ਕੇ ਇੰਸ਼ੋਰੈਂਸ ਕੰਪਨੀਆਂ ਜੋ ਆ ਉਹ ਸਰਵਾਈਵ ਕਰਨਗੀਆਂ। ਸੋ ਇਹਨੂੰ ਦੇਖ ਕੇ ਤੁਸੀਂ ਦੇਖ ਲਓ ਵੀ ਜੇ ਬੰਦੇ ਦੀ ਇੰਸ਼ੋਰੈਂਸ $15000 $20000 ਹੋ ਜੂ, ਤਾਂ ਕਿੱਦਾਂ ਤੁਸੀਂ ਜਾ ਕੇ ਉਹ ਸਰਵਾਈਵ ਕਰ ਸਕਦੇ ਹੈਗੇ ਆ। ਸੋ ਪ੍ਰੋਪੋਜੀਸ਼ਨ 103 1988 ਚ ਪਾਸ ਕੀਤਾ ਗਿਆ ਸੀ, ਜਿਹਦੇ ਵਿੱਚ ਲਿਮਿਟ ਲਾਈ ਗਈ ਸੀ ਵੀ ਹਰ ਸਾਲ 6% ਤੋਂ ਵੱਧ ਰੇਟ ਨਾ ਵਧਾਏ ਜਾਣ। ਪਰ ਹੁਣ ਜਿਸ ਹਿਸਾਬ ਨਾਲ ਪਿਛਲੇ ਸਾਲਾਂ 'ਚ ਅੱਗਾਂ ਲੱਗੀਆਂ, ਕੈਲੀਫੋਰਨੀਆ ਦੇ ਕੋਲ ਓਨਲੀ ਕੈਲੀਫੋਰਨੀਆ ਫੇਅਰ ਪਲਾਨ ਸੀਗੀ, ਜਿਹੜੀ ਕੈਲੀਫੋਰਨੀਆ ਸਟੇਟ ਦੀ, ਉਹ ਆਲਰੇਡੀ ਉਹਨਾਂ ਦੇ ਕੋਲ ਹੁਣ ਪੈਸੇ ਖਤਮ ਹੋ ਗਏ ਹੈਗੇ। $1 ਬਿਲੀਅਨ ਐਕਸਟਰਾ ਜਿਹੜਾ ਸਟੇਟ ਵੱਲੋਂ ਦਿੱਤਾ ਗਿਆ ਹੈ ਕੈਲੀਫੋਰਨੀਆ ਰੈਗੂਲੇਟਰਸ ਵੱਲੋਂ। ਪਰ ਜੇ ਸਟੇਟ ਫਾਰਮ ਜਿਸ ਹਿਸਾਬ ਨਾਲ 22% ਆਪਣਾ ਇੰਟਰਸਟ ਰੇਟ 22% ਰੇਟਸ ਵਧਾਉਣ ਦੇ ਲਈ ਗੱਲਬਾਤ ਕਰ ਰਹੀ ਸੀ, ਤੇ ਜੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਨਹੀਂ ਵਧਾਉਂਦੀ, ਤੇ ਸਟੇਟ ਫਾਰਮ ਬਹੁਤ ਵੱਡੀ ਕੰਪਨੀ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀ ਸਭ ਤੋਂ ਜ਼ਿਆਦਾ ਘਰਾਂ ਦੀ ਇੰਸ਼ੋਰੈਂਸ ਕਰਦੀ ਆ, ਤੇ ਜੇ ਉਹ ਆਊਟ ਆਫ ਕੈਲੀਫੋਰਨੀਆ ਚਲ ਜਾਂਦੇ ਤੇ ਸਿਚੁਏਸ਼ਨ ਬਹੁਤ ਜ਼ਿਆਦਾ ਬੈਡ ਹੋਊਗੀ। ਸੋ ਕੈਲੀਫੋਰਨੀਆ ਦੇ ਜਿਹੜੇ ਰੈਗੂਲੇਟਰਸ ਆ, ਉਹਨਾਂ ਦੇ ਕੋਲ ਬੜੀਆਂ ਘੱਟ ਆਪਸ਼ਨਸ ਹੈਗੀਆਂ ਵੀ ਕਿਸ ਤਰ੍ਹਾਂ ਜੋ ਅਸੀਂ ਇਹ ਰੇਟ ਆ ਉਹਨਾਂ ਨੂੰ ਬੈਲੈਂਸ ਰੱਖ ਸਕਦੇ ਆ, ਤਾਂ ਕਿ ਇੰਨੇ ਜ਼ਿਆਦਾ ਫਿਊਚਰ ਦੇ ਵਿੱਚ ਨਾ ਵਧਣ, ਜਿਹਦੇ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਕਹਿੰਦੇ ਵੀ ਸਮਹਾਓ ਇਨ ਮੈਨਰ ਇਹ ਫਿਗਰ ਆਊਟ ਕਰਨਾ ਪੈਣਾ ਹੈਗਾ ਆ ਇੰਸ਼ੋਰੈਂਸ ਕੰਪਨੀਆਂ ਨੂੰ ਵੀ, ਡਿਪਾਰਟਮੈਂਟ ਆਫ ਇੰਸ਼ੋਰੈਂਸ ਨੂੰ ਵੀ, ਜਿਹੜੀ 80% ਮਾਰਕੀਟ ਆ, ਜਿੱਥੇ ਵਾਈਲਡ ਫਾਇਰ ਲੱਗਣ ਦੇ ਚਾਂਸ ਬਹੁਤ ਘੱਟ ਹੈਗੇ ਆ, ਉਹਨਾਂ ਦੇ ਰੇਟ ਜਿਹੜੇ ਸੈੱਟ ਰੱਖੇ ਜਾਣ, ਤੇ ਜਿਹੜੇ ਬਾਕੀ 20% ਏਰੀਆ ਹੈਗਾ, ਉੱਥੇ ਗਵਰਨਮੈਂਟ ਜੋ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਸਬਸਿਡੀ ਦੇਵੇ, ਜਾਂ ਕੁਛ ਨਾ ਕੁਛ ਉੱਥੇ ਹੋਵੇ, ਤਾਂ ਕਿ ਜੋ ਸਾਰੇ ਲੋਕ ਆ, ਹੁਣ ਜਿੱਦਾਂ 100% ਲੋਕਾਂ ਤੇ ਉਹਦਾ ਅਸਰ ਪੈਣ ਜਾ ਰਿਹਾ, ਉਹ ਇਹ ਨਾ ਹੋਵੇ ਵੀ ਹਰ ਇੱਕ ਬੰਦੇ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਦਾ ਪ੍ਰੀਮੀਅਮ ਦੇਣਾ ਪਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਇਸ ਟਾਈਮ ਲੇਬਰ ਸਕੱਤਰ ਦੇ ਤੌਰ ਦੇ ਉੱਤੇ ਸੈਨੇਟ ਨੇ ਲੌਰੀ ਚਾਵੇਜ਼ ਡੀ ਰੈਮਰ ਉਹਨਾਂ ਨੂੰ ਕਨਫਰਮ ਕਰ ਦਿੱਤਾ ਆ। ਇਹ ਸਾਬਕਾ ਓਰੇਗਨ ਦੇ ਕਾਂਗਰਸ ਵੂਮਨ ਆ, ਤੇ ਹੁਣ ਅਮਰੀਕਾ ਦੇ 30ਵੇਂ ਜਿਹੜੇ ਲੇਬਰ ਦੇ ਸਕੱਤਰ ਆ ਉਹ ਬਣਨ ਜਾ ਰਹੇ ਆ। ਲੇਬਰ ਸਕੱਤਰ ਤੋਂ ਕਈ ਤਰੀਕੇ ਦੀਆਂ ਜਿਹੜੀਆਂ ਆਸਾਂ ਉਮੀਦਾਂ ਵਰਕਫੋਰਸ ਨੂੰ ਜਿਹੜੀਆਂ ਉਹ ਰਹਿੰਦੀਆਂ। 32 ਦੇ ਮੁਕਾਬਲੇ 67 ਸੈਨੇਟਰਸ ਨੇ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ। 17 ਡੈਮੋਕ੍ਰੇਟਸ ਜਿਹੜੇ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਜਿਹੜਾ ਉਹ ਕੀਤਾ। ਸੋ ਬਾਈ ਪਾਰਟੀਜ਼ਨ ਫੈਸ਼ਨ ਦੇ ਨਾਲ ਇਹਨਾਂ ਦੇ ਜਿਹੜੇ ਨੋਮੀਨੀ ਆ ਟਰੰਪ ਹੋਣਾ ਦੇ, ਉਹ ਅੱਗੇ ਲਗਾਤਾਰ ਵੱਧ ਰਹੇ ਹੈਗੇ ਆ। ਇਹ ਕਹਿੰਦੇ ਵੀ ਉਸ ਡਿਪਾਰਟਮੈਂਟ ਦੇ ਹੈੱਡ ਆ ਜਿਸ ਦੇ ਵਿੱਚ 16000 ਫੁੱਲ ਟਾਈਮ EMPLOYE ਤੇ ਤਕਰੀਬਨ $14 ਬਿਲੀਅਨ ਦਾ ਇਹਨਾਂ ਦਾ ਪ੍ਰੋਜੈਕਟਡ ਬਜਟ ਆ। ਕੀ ਹੁਣ ਡੌਜ ਵਾਲੇ ਇਸ ਲੇਬਰ ਡਿਪਾਰਟਮੈਂਟ ਦੇ ਵਿੱਚੋਂ ਵੀ ਲੇਬਰ ਦੀ ਕਟੌਤੀ ਜਿਹੜੀ ਉਹ ਕਰਨਗੇ? ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਟਰੰਪ ਉਹਨਾਂ ਦੀ ਕੈਬਨਿਟ ਦੇ ਵਿੱਚ ਇਹ 21ਵੀਂ ਜਿਹੜੀ ਕਨਫਰਮੇਸ਼ਨ ਆ ਉਹ ਹੋਈ ਆ, ਜੋ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟੀਮ ਆ ਤੇ ਉਹਨਾਂ ਦੇ ਪਲਾਨ ਆ ਉਸ ਨੂੰ ਅੱਗੇ ਵਧਾਵੇਗੀ। ABC ਟੈਸਟ ਜਿਹੜਾ AB5 ਹਰਜੋਤ ਸਿੰਘ ਜੀ ਗੱਲ ਸੀਗੀ, ਲੇਬਰ ਸਕੱਤਰ ਜਿਹੜੇ ਪਹਿਲੇ ਸੀਗੇ ਉਹ ਚਾਹੁੰਦੇ ਸੀਗੇ ਵੀ ਉਸ ਨੂੰ ਫੈਡਰਲਾਈਜ਼ ਕਰ ਦਿੱਤਾ ਜਾਵੇ, ਵੀ ਸਾਰੀ ਸੂਬਿਆਂ ਦੇ ਵਿੱਚ ਲੈ ਕੇ ਆਇਆ ਜਾਵੇ। ਕੀ ਇਹ ਹੁਣ ਇੰਡੀਪੈਂਡੈਂਟ ਕੰਟਰੈਕਟਰ ਜਾਂ ਉਹਨਾਂ ਨੂੰ ਲੈ ਕੇ ਕੀ ਜਿਹੜਾ ਇਹ ਫੈਸਲਾ ਲੈਂਦੇ ਆ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਲੌਰੀ ਚਾਵੇਜ਼ ਡੀ ਰੈਮਰ ਕਹਿੰਦੇ ਵੀ ਉਹ ਉਸ ਤਰੀਕੇ ਦੇ ਨਾਲ ਕੰਮ ਕਰ ਸਕਣਗੇ ਜਾਂ ਨਹੀਂ। ਸੋ ਲੈਟਸ ਸੀ ਕੀ ਜਿਹੜੇ ਆ ਉਹ ਅੱਗੇ ਜਿਹੜਾ ਬਣਦਾ ਆ, ਪਰ ਲਗਾਤਾਰ ਟਰੰਪ ਹੋਣਾ ਦੇ ਜਿਹੜੇ ਕੈਬਨਿਟ ਮਿਨਿਸਟਰ ਆ ਉਹ ਕਨਫਰਮ ਹੋ ਰਹੇ ਨੇ। ਸੋ ਤੁਹਾਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਜਿਹੜੀ ਬਰੀਫਿੰਗ ਹੁੰਦੀ ਹੈਗੀ ਆ, ਡੇਲੀ ਬਰੀਫਿੰਗ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਵੱਲੋਂ, ਉਹ 2021 ਦੇ ਵਿੱਚ ਬਾਈਡਨ ਹੋਣਾ ਨੇ ਬੰਦ ਕਰ ਦਿੱਤੀ ਸੀ, ਕਿਉਂਕਿ ਜਦੋਂ ਜਨਵਰੀ 6 ਦਾ ਅਟੈਕ ਹੋਇਆ ਸੀ। ਤੇ ਅੱਜ ਹੁਣ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਫੀਸ਼ੀਅਲੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਐਕਸੈਸ ਵੀ ਪ੍ਰੈਜ਼ੀਡੈਂਟਸ ਡੇਲੀ ਬਰੀਫਿੰਗ ਜਿਹੜੀ ਹੁੰਦੀ ਆ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵੱਲੋਂ, ਉਹ ਰਿਵੋਕ ਕਰ ਦਿੱਤੀ ਹੈ। ਇਹ ਤੁਲਸੀ ਗੈਬਟ ਜੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਆ, ਉਹਨਾਂ ਨੇ ਆਪਣੇ ਜਿਹੜੇ ਆ ਪੇਜ ਦੇ ਉੱਤੇ ਸ਼ੇਅਰ ਕੀਤੀ ਹੈਗੀ ਆ।
ਜੀ ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 92 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 44 ਸੈਂਟ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 34 ਪੈਸੇ। ਸਟਾਕ ਮਾਰਕੀਟ 'ਚ ਅੱਜ ਬਹੁਤ ਬੁਰਾ ਹਾਲ ਰਿਹਾ, 900 ਦੇ ਕਰੀਬ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ। ਜੀ ਬਿਲਕੁਲ, ਟ੍ਰਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਅੱਜ ਨੁਕਸਾਨ ਆ ਉਹ ਨਿਵੇਸ਼ਕਾਂ ਨੇ ਕਹਿ ਲਓ ਵੀ ਝੱਲਿਆ ਹੈਗਾ ਆ। ਸੋ ਅੱਜ ਪੂਰੀ ਤਰ੍ਹਾਂ ਬੱਸ ਹੋਈ ਡਾਓ ਜੋਨ, S&P, ਨੈਸਡੈਕ 1.7 ਟ੍ਰਿਲੀਅਨ ਡਾਲਰ ਕਹਿੰਦੇ ਵੀ ਅੱਜ ਮਾਰਕੀਟ ਦੇ ਵਿੱਚ ਉਸ ਦਾ ਸਫਾਇਆ ਹੋ ਗਿਆ। ਡਾਓ ਜੋਨ 800 ਤੇ 90 ਪੁਆਇੰਟ ਘਟ ਕੇ 2% ਤੋਂ ਵੱਧ 41,900 ਤੇ 12 ਤੇ ਬੰਦ ਹੋਇਆ। S&P 156 ਪੁਆਇੰਟ ਘਟ ਕੇ ਤਕਰੀਬਨ 0.3%, 5615 ਤੇ। ਨੈਸਡੈਕ 4% ਜਿਹੜਾ ਘਟਿਆ 700 ਤੇ 28 ਪੁਆਇੰਟ, 17,468 ਤੇ ਬੰਦ ਹੋਇਆ। ਸੋਨੇ ਦਾ ਭਾਅ 2800 ਤੇ 92 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 66 ਡਾਲਰ ਪ੍ਰਤੀ ਬੈਰਲ। 10 year yield 4.16%। ਕ੍ਰਿਪਟੋ ਕਰੰਸੀ ਵੀ ਥੱਲੇ ਨੂੰ ਆਈ ਆ। ਬਿਟਕੋਇਨ 77,647 ਤੇ ਇਥੀਰੀਅਮ 1810 US ਡਾਲਰ ਦੇ ਬਰਾਬਰ ਚੱਲ ਰਿਹਾ। ਜਦੋਂ ਤੋਂ ਟਰੰਪ ਹੁਣਾਂ ਨੇ ਸਵੇਰੇ ਬਿਆਨ ਦਿੱਤਾ ਸੀਗਾ ਵੀ ਰਿਸੈਸ਼ਨ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ, ਉਸ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਆ। ਸੋ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਕਿਹਾ ਵੀ ਡਾਲਰ ਜਿਹੜੇ ਆ ਉਹ ਪਹਿਲਾਂ ਤੋਂ ਪਹਿਲਾਂ ਜਿਹੜਾ ਤੁਸੀਂ ਕਢਾ ਲਓ, ਇਸ ਤੋਂ ਪਹਿਲਾਂ ਵੀ ਕੰਮ ਹੋਰ ਜ਼ਿਆਦਾ ਖਰਾਬ ਹੋ ਜੇ। ਇੱਕ ਚੀਜ਼ ਹੋਰ ਜਿਹੜੀ ਹਰਜੋਤ ਸਿੰਘ ਜੀ, ਕੱਚੇ ਤੇਲ ਦੀ ਕੀਮਤ ਲਗਾਤਾਰ ਘਟ ਰਹੀ ਆ, ਪਰ ਗੈਸ ਦੇ ਉੱਤੇ ਪ੍ਰਾਈਸ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ। ਇਹ ਗੱਲ ਕਈਆਂ ਦੀ ਸਮਝ ਤੋਂ ਇਸ ਟਾਈਮ ਬਾਹਰ ਜਿਹੜੀ ਉਹ ਚੱਲ ਰਹੀ ਆ ਵੀ ਇਹ ਬਣ ਕੀ ਇਸ ਟਾਈਮ ਰਿਹਾ ਆ। ਸੋ ਉੱਦਾਂ ਵੇਖਿਆ ਜਾਵੇ ਇਨਫਲੇਸ਼ਨ, ਮਹਿੰਗਾਈ, ਇਕਨੋਮੀ ਤੋਂ ਲੋਕ ਅਜੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਨੇ। ਤੇ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।